happening, what going to happen. ਅਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਤੇ ਕੀ ਕੁਝ ਵਾਪਰੇਗਾ ਉਸ ਦੇ ਬਾਰੇ ਅਸੀਂ ਸਮਝਣਾ ਹੈ। Now we are going to hear about the 666. ਹੁਣ ਅਸੀਂ 666 ਦੇ ਬਾਰੇ ਸੁਣਨ ਜਾ ਰਹੇ ਹਾਂ। Dear child of God, why we are keeping the gospel and Bible studies? ਪਰਮੇਸ਼ਰ ਦੇ ਪਿਆਰੇ ਬੱਚਿਓ, ਕਿਉਂ ਅਸੀਂ ਇਹ ਖੁਸ਼ਖਬਰੀ ਦੀਆਂ ਆਰਾਧਨਾਵਾਂ ਤੇ ਬਾਈਬਲ ਅਧਿਐਨ ਰੱਖਦੇ ਹਾਂ? You must hear the word of God. ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਨਾ ਚਾਹੀਦਾ ਹੈ। Not only that, you have to prepare yourself for the coming of the Lord. ਅਤੇ ਕੇਵਲ ਇੰਨਾ ਹੀ ਨਹੀਂ, ਤੁਹਾਨੂੰ ਆਪਣੇ ਆਪ ਨੂੰ ਪ੍ਰਭੂ ਦੀ ਆਮਦ ਦੇ ਲਈ ਤਿਆਰ ਵੀ ਕਰਨਾ ਚਾਹੀਦਾ ਹੈ। If at all you miss the coming of the Lord, ਜੇ ਕਿਤੇ ਤੁਸੀਂ ਪ੍ਰਭੂ ਦੀ ਆਮਦ ਦੇ ਵਿੱਚ ਰਹਿ ਗਏ, this Antichrist will meet you. ਅਤੇ ਇਹ ਮਸੀਹ ਵਿਰੋਧੀ ਤੁਹਾਡੇ ਨਾਲ ਮੁਲਾਕਾਤ ਕਰੇਗਾ। Terribly persecute you. ਇਹ ਬਹੁਤ ਹੀ ਭਿਆਨਕ ਤਰੀਕੇ ਨਾਲ ਤੁਹਾਨੂੰ ਸਤਾਏਗਾ। What is the first one? ਪਹਿਲਾ ਕੀ ਹੈ? First one, you will not get any food, any ration in your life. ਸਭ ਤੋਂ ਪਹਿਲਾਂ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਕੋਈ ਰਾਸ਼ਨ ਜਾਂ ਭੋਜਨ ਨਹੀਂ ਮਿਲੇਗਾ। You will not get any ration. ਤੁਹਾਨੂੰ ਕੋਈ ਰਾਸ਼ਨ ਨਹੀਂ ਮਿਲੇਗਾ। You will not get any food. ਤੁਹਾਨੂੰ ਕੋਈ ਭੋਜਨ ਨਹੀਂ ਮਿਲੇਗਾ। You know that nowadays all keeping the amount in the banks. ਤੇ ਤੁਸੀਂ ਸਭ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਬੈਂਕ ਦੇ ਵਿੱਚ ਆਪਣੀ ਸਾਰੀ ਰਕਮ ਰੱਖਦੇ ਹਨ। Not only that, government telling that keep your money in the bank only. ਕੇਵਲ ਇੰਨਾ ਹੀ ਨਹੀਂ, ਸਗੋਂ ਸਰਕਾਰ ਵੀ ਕਹਿੰਦੀ ਹੈ ਕਿ ਆਪਣਾ ਸਾਰਾ ਪੈਸਾ ਬੈਂਕ ਖਾਤੇ ਵਿੱਚ ਰੱਖੋ। If you are keeping the more than 10 lakhs, income tax will catch you. ਜੇਕਰ ਤੁਸੀਂ 10 ਲੱਖ ਤੋਂ ਵੱਧ ਰੱਖਦੇ ਹੋ ਤਾਂ ਇਨਕਮ ਟੈਕਸ ਵਾਲੇ ਤੁਹਾਨੂੰ ਪਕੜਨਗੇ। So every poor and rich and everyone keeping the amount in the banks only. ਇਸ ਕਰਕੇ ਸਾਰੇ ਅਮੀਰ ਗਰੀਬ ਆਪਣਾ ਪੈਸਾ ਜੋ ਹੈ ਬੈਂਕ ਦੇ ਵਿੱਚ ਰੱਖਦੇ ਹਨ। When the rapture comes and taken the saints, ਜਦ ਆਮਦ ਹੋਏਗੀ, ਸੰਤ ਉਠਾਏ ਜਾਣਗੇ, dear child of God, your bank balance will taken by the Antichrist. ਤਾਂ ਤੁਹਾਡਾ ਸਾਰਾ ਬੈਂਕ ਬਚਤ ਖਾਤਾ ਮਸੀਹ ਵਿਰੋਧੀ ਦੇ ਕਬਜ਼ੇ ਵਿੱਚ ਚਲਿਆ ਜਾਏਗਾ। Don't forget that. ਇਹ ਭੁੱਲਣਾ ਨਹੀਂ। That is the truth written in the Bible. ਇਹ ਬਾਈਬਲ ਦੇ ਵਿੱਚ ਲਿਖੀ ਹੋਈ ਸੱਚਾਈ ਹੈ। He will take all your amount. ਉਹ ਤੁਹਾਡੀ ਸਾਰੀ ਰਕਮ ਹੜਪ ਕਰ ਲਵੇਗਾ। You have no balance, no money in your bank, not in your name. ਤੁਹਾਡੇ ਬੈਂਕ ਦੇ ਵਿੱਚ ਤੁਹਾਡਾ ਕੋਈ ਪੈਸਾ ਨਹੀਂ ਹੋਏਗਾ, ਤੁਹਾਡੇ ਨਾਮ ਤੇ ਕੋਈ ਪੈਸਾ ਨਹੀਂ ਹੋਏਗਾ। How many lakhs you keep in the bank, it will go to the Antichrist. ਤੁਸੀਂ ਜਿੰਨੇ ਮਰਜ਼ੀ ਲੱਖ ਬੈਂਕ ਦੇ ਵਿੱਚ ਰੱਖੋਗੇ, ਸਾਰੇ ਮਸੀਹ ਵਿਰੋਧੀ ਦੇ ਕੋਲ ਚਲੇ ਜਾਣਗੇ। Of course, Punjab is somewhat little bit lower than other countries, other states in the gold and all the silver. ਅਤੇ ਪੰਜਾਬ ਜੋ ਹੈ ਦੂਜੇ ਦੇਸ਼ਾਂ ਦੇ ਨਾਲੋਂ ਜਾਂ ਭਾਰਤ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਵਿੱਚ ਥੋੜਾ ਘੱਟ ਹੈ। But some of the people in Punjab also there. ਪਰ ਪੰਜਾਬ ਦੇ ਵਿੱਚ ਵੀ ਕੁਝ ਲੋਕ ਹਨ, They will keep their gold in the bank. ਉਹ ਆਪਣਾ ਸੋਨਾ ਬੈਂਕ ਦੇ ਵਿੱਚ ਰੱਖਦੇ ਹਨ And wearing the rolled gold only. ਅਤੇ ਕੇਵਲ ਨਕਲੀ ਸੋਨਾ ਪਹਿਨਦੇ ਹਨ। But once in a month, once in a 6 months, ਅਤੇ 6 ਮਹੀਨਿਆਂ ਦੇ ਵਿੱਚ ਇੱਕ ਵਾਰੀ going to the bank and open the locker and seeing whether his gold is there or not. ਬੈਂਕ ਵਿੱਚ ਜਾਂਦੇ ਹਨ, ਲੋਕਰ ਖੋਲ ਕੇ ਦੇਖਦੇ ਹਨ ਕਿ ਉਹਨਾਂ ਦਾ ਸੋਨਾ ਬੈਂਕ ਵਿੱਚ ਹੈ ਜਾਂ ਨਹੀਂ। When they see and say, okay, it is there. ਜਦੋਂ ਦੇਖਦੇ ਹਨ ਤੇ ਕਹਿੰਦੇ ਹਨ ਠੀਕ ਹੈ, ਇਹ ਸੁਰੱਖਿਤ ਹੈ। But don't forget that when Antichrist appear, immediately your gold will taken from the bank. ਪਰ ਇਹ ਭੁੱਲਣਾ ਨਹੀਂ, ਜਦ ਮਸੀਹ ਵਿਰੋਧੀ ਪ੍ਰਗਟ ਹੋਏਗਾ ਤਾਂ ਬੈਂਕ ਦੇ ਵਿੱਚ ਤੁਹਾਡਾ ਸਾਰਾ ਸੋਨਾ ਵੀ ਉਸਦੇ ਕਬਜ਼ੇ ਵਿੱਚ ਜਾਏਗਾ। Whatever you keep the amount in the bank, whatever gold you kept in the locker, it will taken by the Antichrist. ਤੁਸੀਂ ਜਿੰਨੇ ਵੀ ਰਕਮ ਬੈਂਕ ਵਿੱਚ ਰੱਖੋਗੇ, ਜਿੰਨਾ ਵੀ ਸੋਨਾ ਬੈਂਕ ਦੇ ਵਿੱਚ ਰੱਖੋਗੇ, ਸਾਰਾ ਮਸੀਹ ਵਿਰੋਧੀ ਦੇ ਹੱਥ ਵਿੱਚ ਚਲਿਆ ਜਾਏਗਾ। Don't forget that. Understand the truth. ਇਹ ਭੁੱਲਣਾ ਨਹੀਂ, ਇਸ ਸੱਚਾਈ ਨੂੰ ਸਮਝਣਾ ਹੈ। After that, you have no food at all. ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਭੋਜਨ ਨਹੀਂ ਹੋਏਗਾ। Once in a week, 1 kilo wheat you will get, barley wheat get in your life. ਹਫ਼ਤੇ ਦੇ ਵਿੱਚ ਇੱਕ ਵਾਰੀ ਤੁਹਾਨੂੰ ਕਣਕ ਅਤੇ ਜੌਂ ਮਿਲਣਗੇ। You may be rich, you may be anyone. You may be a landlord. ਤੁਸੀਂ ਅਮੀਰ ਹੋ ਸਕਦੇ ਹੋ, ਕੋਈ ਵੀ ਹੋ ਸਕਦੇ ਹੋ, ਬੜੇ ਜ਼ਿੰਮੇਦਾਰ ਹੋ ਸਕਦੇ ਹੋ। But you have to take the one bag and stand in the queue only. ਪਰ ਤੁਹਾਨੂੰ ਥੈਲਾ ਲੈ ਕੇ ਲਾਈਨ ਦੇ ਵਿੱਚ ਖੜੇ ਹੋਣਾ ਪਏਗਾ। For 1 kilo wheat. 1 ਕਿਲੋ ਕਣਕ ਦੇ ਲਈ। 1 kilo barley. 1 ਕਿਲੋ ਜੌਂ ਦੇ ਲਈ। What I want to say. ਮੈਂ ਕੀ ਕਹਿਣਾ ਚਾਹੁੰਦਾ? You are eating in a day 5 times, otherwise 4 times. ਤੁਸੀਂ ਦਿਨ ਦੇ ਵਿੱਚ 4 ਵਾਰੀ ਨਹੀਂ ਤਾਂ 5 ਵਾਰੀ ਖਾਂਦੇ ਹੋਵੋਗੇ। How can you maintain the 1 kilo in 1 week? 1 ਕਿਲੋ ਦੇ ਨਾਲ ਇੱਕ ਹਫ਼ਤਾ ਕਿਸ ਤਰ੍ਹਾਂ ਕੱਢੋਗੇ?
Dear child of God, starvation, famine will start on the earth. ਪਰਮੇਸ਼ਰ ਦੇ ਪਿਆਰੇ ਬੱਚਿਓ, ਧਰਤੀ ਦੇ ਉੱਤੇ ਅਕਾਲ ਅਤੇ ਭੁੱਖਮਰੀ ਸ਼ੁਰੂ ਹੋਏਗੀ। You will not get the food. ਤੁਹਾਨੂੰ ਭੋਜਨ ਨਹੀਂ ਮਿਲੇਗਾ। First of all, taken the bank balance and all other gold. ਪਹਿਲਾਂ ਤੁਹਾਡਾ ਬਚਤ ਖਾਤਾ ਤੇ ਸਾਰਾ ਸੋਨਾ ਆਪਣੇ ਕਬਜ਼ੇ ਵਿੱਚ ਲਿਆ ਜਾਏਗਾ। And you will be stand in the queue, get the some food. ਤੇ ਥੋੜਾ ਜਿਹਾ ਭੋਜਨ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਲਾਈਨਾਂ ਵਿੱਚ ਖੜੇ ਹੋਣਾ ਪਏਗਾ। Who will get that? Who will get that? ਉਹ ਕਿਸ ਨੂੰ ਮਿਲੇਗਾ? Only put 666 upon their forehead, upon their right hand. ਕੇਵਲ ਇਹ ਰਾਸ਼ਨ ਜਾਂ ਭੋਜਨ ਉਹਨਾਂ ਨੂੰ ਮਿਲੇਗਾ ਜਿਹੜੇ ਆਪਣੇ ਮੱਥੇ ਦੇ ਉੱਤੇ ਨਹੀਂ ਤਾਂ ਸੱਜੇ ਹੱਥ ਦੇ ਉੱਤੇ 666 ਦੀ ਮੋਹਰ ਲਗਵਾਉਣਗੇ। If you want, you will say to the Antichrist agents, telling that no, we won't take the number. ਜੇਕਰ ਤੁਸੀਂ ਮਸੀਹ ਵਿਰੋਧੀ ਦੇ ਏਜੰਟਸ ਨੂੰ ਕਹੋਗੇ ਕਿ ਨਹੀਂ ਅਸੀਂ ਇਹ ਅੰਕ ਜਾਂ ਚਿਪ ਜਾਂ ਮੋਹਰ ਨਹੀਂ ਲਗਵਾਵਾਂਗੇ, what immediately they will catch you. ਤਾਂ ਉਹ ਤੁਰੰਤ ਤੁਹਾਨੂੰ ਪਕੜਨਗੇ। How can they know you are a Christian? ਤੇ ਉਹ ਕਿਸ ਤਰ੍ਹਾਂ ਤੁਹਾਨੂੰ ਜਾਣ ਸਕਣਗੇ ਕਿ ਤੁਸੀਂ ਮਸੀਹੀ ਹੋ? That's why all things feed in the computer. ਕਿਉਂਕਿ ਸਾਰਾ ਡਾਟਾ ਤੁਹਾਡਾ ਕੰਪਿਊਟਰ ਦੇ ਵਿੱਚ ਆਲਰੇਡੀ ਫੀਡ ਹੈ। All things will detail mention in the Aadhaar card. ਕਿਉਂਕਿ ਤੁਹਾਡੇ ਸਾਰੇ ਡਾਟੇ ਦਾ ਵਿਆਖਿਆ ਪੂਰੀ ਆਧਾਰ ਕਾਰਡ ਦੇ ਵਿੱਚ ਦੱਸੀ ਹੋਈ ਹੈ। If you want rapture in the coming of the Lord, ਜੇ ਤੁਸੀਂ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਨਾ ਗਏ ਤਾਂ and immediately will open the computer and go on feeding. Where are you? Which village? Which pind? They will come and catch you. ਤੇ ਤੁਰੰਤ ਉਹ ਤੁਹਾਡਾ ਡਾਟਾ ਖੋਲ ਕੇ ਕੰਪਿਊਟਰ ਦੇ ਵਿੱਚ ਦੇਖਣਗੇ, ਉਹ ਜਾਣ ਲੈਣਗੇ ਤੁਸੀਂ ਕੌਣ ਹੋ, ਕਿੱਥੇ ਪਿੰਡ ਦੇ ਕਿਸ ਪਿੰਡ ਦੇ ਵਿੱਚ ਹੋ, ਤੁਹਾਡੀ ਸਾਰੀ ਲੋਕੇਸ਼ਨ ਪਤਾ ਚੱਲੇਗੀ। Like a police, like a Antichrist disciples, agents will catch you. ਤੇ ਮਸੀਹ ਵਿਰੋਧੀ ਦੇ ਏਜੰਟ ਪੁਲਿਸ ਦੇ ਰੂਪ ਵਿੱਚ ਆ ਕੇ ਤੁਹਾਨੂੰ ਪਕੜਨਗੇ। Dear child of God, that time take you to persecution. ਪਰਮੇਸ਼ਰ ਦੇ ਪਿਆਰੇ ਬੱਚੇ, ਉਸ ਸਮੇਂ ਉਹ ਤੁਹਾਨੂੰ ਸਤਾਨ ਲਈ ਲੈ ਕੇ ਜਾਣਗੇ। One place they will take and go on asking. ਤੇ ਇੱਕ ਜਗ੍ਹਾ ਤੇ ਤੁਹਾਨੂੰ ਲਿਜਾ ਕੇ ਲਗਾਤਾਰ ਪੁੱਛਦੇ ਰਹਿਣਗੇ। If you accept Jesus Christ, then you will be killed. ਜੇ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰ ਲਓ, ਜੇ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰੋਗੇ ਤਾਂ ਮਾਰੇ ਜਾਓਗੇ। If you deny the Lord Jesus Christ, we will give the food. ਤੇ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰੋਗੇ ਤਾਂ ਅਸੀਂ ਤੁਹਾਨੂੰ ਭੋਜਨ ਦੇਵਾਂਗੇ। And if you not deny, you will be persecuted and you will be killed. ਜੇ ਤੁਸੀਂ ਉਸ ਦਾ ਇਨਕਾਰ ਨਹੀਂ ਕਰੋਗੇ ਤਾਂ ਸਤਾਏ ਜਾਓਗੇ ਤੇ ਮਾਰੇ ਜਾਓਗੇ। It is true, it is written in the Bible. ਤੇ ਇਹ ਸੱਚਾਈ ਹੈ ਜੋ ਬਾਈਬਲ ਦੇ ਵਿੱਚ ਲਿਖੀ ਹੋਈ ਹੈ। But don't forget that. ਪਰ ਇਹ ਭੁੱਲਣਾ ਨਹੀਂ। If you wear the 666 number upon your forehead, upon your right hand, ਜੇ ਤੁਸੀਂ 666 ਦੀ ਮੋਹਰ ਜਾਂ ਚਿਪ ਆਪਣੇ ਮੱਥੇ ਦੇ ਉੱਤੇ ਜਾਂ ਸੱਜੇ ਹੱਥ ਦੇ ਉੱਤੇ ਲਗਵਾਓਗੇ, you are worthy for the hellfire. ਤਾਂ ਤੁਸੀਂ ਨਰਕ ਦੀ ਅੱਗ ਦੇ ਯੋਗ ਠਹਿਰੋਗੇ। You will go to straight to the hellfire. ਤੁਹਾਨੂੰ ਸਿੱਧਾ ਨਰਕ ਦੀ ਅੱਗ ਵਿੱਚ ਜਾਣਾ ਪਏਗਾ। After putting the 666, 666 ਦੀ ਮੋਹਰ ਅਥਵਾ ਜੋ ਵਰਤਮਾਨ ਚਿਪ ਲਗਵਾਉਣ ਦੇ ਨਾਲ the spirit of Antichrist will catch you. ਮਾਸੀ ਵਿਰੋਧੀ ਦਾ ਆਤਮਾ ਤੁਹਾਨੂੰ ਪਕੜੇਗਾ। You have no chance to repent for your sin. ਤਾਂ ਤੁਹਾਨੂੰ ਤੁਹਾਡੇ ਪਾਪਾਂ ਲਈ ਪਛਤਾਪ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ। You have no chance to come back to Lord Jesus Christ. ਤੁਹਾਡੇ ਕੋਲ ਵਾਪਸ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਦੇ ਲਈ ਕੋਈ ਮੌਕਾ ਨਹੀਂ ਹੋਏਗਾ। And Antichrist will kill you and destroy your life. ਤੇ ਮਸੀਹ ਵਿਰੋਧੀ ਤੁਹਾਨੂੰ ਮਾਰੇਗਾ ਤੇ ਤੁਹਾਡੇ ਜੀਵਨ ਨੂੰ ਨਾਸ਼ ਕਰੇਗਾ। Not only you, your whole family. ਕੇਵਲ ਤੁਹਾਨੂੰ ਹੀ ਨਹੀਂ ਸਗੋਂ ਤੁਹਾਡੇ ਸਾਰੇ ਪਰਿਵਾਰ ਨੂੰ। Such a terrible day is going to come very soon. ਬਹੁਤ ਜਲਦੀ ਅਜਿਹੇ ਭਿਆਨਕ ਦਿਨ ਆਉਣ ਵਾਲੇ ਹਨ। If you accept, ਜੇ ਤੁਸੀਂ ਸਵੀਕਾਰ ਕਰੋਗੇ, if you put the number, ਜੇ ਤੁਸੀਂ 666 ਦਾ ਅੰਕ ਲੈ ਲਓਗੇ, you will go to the hellfire directly. ਤਾਂ ਤੁਸੀਂ ਸਿੱਧੇ ਨਰਕ ਦੇ ਵਿੱਚ ਜਾਓਗੇ। That is written in the Bible. ਇਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ। Read that. ਪੜਾਂਗੇ। Whose names are not written in the book of life, ਜਿਨ੍ਹਾਂ ਦੇ ਨਾਮ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਨਾ ਲੱਭੇ, they will go to the hellfire. ਉਹ ਅੱਗ ਦੀ ਝੀਲ ਵਿੱਚ ਜਾਣਗੇ। And whosoever put the number of 666, ਤੇ ਜਿਹੜਾ 666 ਦਾ ਅੰਕ ਲਏਗਾ, they will go to the hellfire. ਤੇ ਉਹ ਨਰਕ ਦੀ ਅੱਗ ਦੇ ਵਿੱਚ ਜਾਣਗੇ। 20, 14 and 15 20 chapter, Revelation 20 chapter, 14 और 15 14 और 15, 14 and 15. ਪ੍ਰਕਾਸ਼ ਦੀ ਪੋਥੀ 20 ਅਧਿਆਇ 14 ਤੇ 15 ਵਚਨ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਜੀ ਮੌਤ ਹੈ, ਅਰਥਾਤ ਅੱਗ ਦੀ ਝੀਲ। ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ। And death and hell were cast into the lake of fire. This is the second death, and whosoever was not found written in the book of life was cast into the lake of fire.
13 18 13, 18. 13 18 If you wear the number, ਜੇ ਤੁਸੀਂ ਉਸ ਦਾ ਅੰਕ ਲਾਓਗੇ you will judge and go to direct hell only. ਆਤੀ ਉਹ ਤੁਹਾਡਾ ਨਿਆਂ ਕਰੇਗਾ, ਸਿੱਧਾ ਨਰਕ ਦੇ ਵਿੱਚ ਜਾਓਗੇ। Revelation 13 17 and 18 13, 17 and 18. 16 onwards